ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਤੇ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਇਨਸਾਈਟਸ ਵਿਦ ਵਿਸ਼ਾਲ ਸੂਦ। ਵੈਲਕਮ ਸਰ। ਥੈਂਕ ਯੂ ਅਮਨ। ਕੀ ਹਾਲ ਹੈ ਸਰ? ਬਹੁਤ ਵਧੀਆ। ਬਹੁਤ ਵਧੀਆ ਸਰ। ਪੰਜਾਬ ਦੇ ਵਿੱਚ ਜੋ ਗਰਮਾ ਗਰਮੀ ਚੱਲੀ ਸਰ, ਪਿਛਲੇ ਦਿਨੀ ਮੰਤਰੀ ਨੂੰ ਬਰਖਾਸਤ ਕੀਤਾ ਤੇ FIR ਵੀ ਹੋਈ, ਉਹਨਾਂ ਨੂੰ ਜੇਲ੍ਹ 'ਚ ਵੀ ਭੇਜਿਆ ਗਿਆ। ਉਸ ਤੋਂ ਬਾਅਦ ਚਰਚਾ ਹੋਰ ਲੀਡਰਾਂ ਤੇ ਵਿਛੜੀ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁੱਛਿਆ ਗਿਆ ਕਿ ਜੀ ਤੁਹਾਡੇ ਕਰਪਟ ਜਿਹੜੇ ਲੀਡਰ ਸੀਗੇ, ਜਿਹੜੇ ਤੁਸੀਂ ਦੱਸ ਰਹੇ ਸੀ ਕਿ ਮਾਫੀਆ ਦੇ ਵਿੱਚ ਇਨਵੋਲਵ ਸੀ, ਤੁਸੀਂ ਉਹਨਾਂ ਦੇ ਨਾਮ ਕਿਉਂ ਨਹੀਂ ਸਾਹਮਣੇ ਲੈ ਕੇ ਆ ਰਹੇ? ਤੇ ਉਹਨਾਂ ਨੇ ਵੀ ਕਿਹਾ ਕਿ ਹਾਂ ਬਿਲਕੁਲ ਹੁਣ ਮੈਂ ਲੈ ਕੇ ਆਊਂਗਾ ਨਾਮ ਸਾਹਮਣੇ। ਤੇ ਹੁਣ ਜਿਹੜੇ ਕਾਂਗਰਸ ਦੇ ਵੀ ਲੀਡਰਸ ਹੈਗੇ ਆ ਜਿਹੜੇ ਕਰਪਸ਼ਨ ਦੇ ਵਿੱਚ ਇਨਵੋਲਵ ਸੀ, ਉਹ ਵੀ ਡਰ ਕੇ ਬੈਠੇ ਆ ਘਰਾਂ 'ਚ। ਦੇਖੋ, ਇੱਕ ਮੌਸਮ ਆਉਂਦਾ ਨਾ, ਜਿਵੇਂ ਅੰਮਾਂ ਦਾ ਮੌਸਮ ਆ ਰਿਹਾ, ਸਾਰਿਆਂ ਨੇ ਅੰਬ ਖਾਣੇ ਆ ਜੀ। ਹੁਣ ਇਸ ਤਰ੍ਹਾਂ ਹੀ ਕਰਪਟ ਲੀਡਰਾਂ ਨੂੰ ਫੜਨ ਦਾ ਵੀ ਮੌਸਮ ਆਏਗਾ ਤੇ ਇਹੋ ਹੀ ਦੇਸ਼ 'ਚ ਇੱਕ ਬਦਲਾਵ ਦੀ ਲੋੜ ਹੈਗੀ ਆ। ਮੈਂ ਆਪਾਂ ਕਿਹਾ ਕਿ ਜੋ ਭਗਵੰਤ ਮਾਨ ਜੀ ਨੇ ਜੋ ਸਟੈਪ ਲਿੱਤਾ ਹੈ, ਇਹਨੂੰ ਐਮੂਲੇਟ ਕਰਨਾ ਚਾਹੀਦਾ, ਇਹਨੂੰ ਫੋਲੋ ਕਰਨਾ ਚਾਹੀਦਾ। ਹਰ ਲੀਡਰ ਨੂੰ ਇਹਨੂੰ ਫੋਲੋ ਕਰਨਾ ਚਾਹੀਦਾ, ਜਿਹੜਾ ਵੀ ਆਪਣੇ ਦੇਸ਼ ਦਾ ਭਲਾ ਚਾਹੁੰਦਾ ਹੈ। ਜਿਹੜਾ ਟੌਲ ਲੀਡਰ ਹੈਗੇ ਨੇ ਜਾਂ ਪਾਰਟੀਆਂ ਨੇ, ਉਹਨਾਂ ਨੂੰ ਆਪਣੇ ਅੰਦਰ ਦੀ ਕਰਪਸ਼ਨ ਨੂੰ ਖਤਮ ਕਰਨਾ ਪਏਗਾ। ਹੁਣ ਇਹ ਕਰਪਸ਼ਨ ਖਤਮ ਕਿਵੇਂ ਹੋਏਗੀ? ਸਿੰਪਲ ਜਿਹਾ ਤਰੀਕਾ ਹੈ ਕਿ ਜਿਹੜੇ ਲੋਕ ਕਿਸੇ ਵੀ ਚੀਜ਼ 'ਚ ਇਨਵੋਲਵ ਨੇ ਤੇ ਤੁਹਾਡੇ ਕੋਲ ਉਹਦੇ ਖਿਲਾਫ ਸਬੂਤ ਹੈਗੇ ਨੇ, ਐਕਟੀਵਿਟੀ ਹੈ, ਇਨਕੁਆਇਰੀ ਸ਼ੁਰੂ ਕਰਵਾਓ ਜੀ। ਦੱਸੋ, ਜਦੋਂ ਤੁਸੀਂ ਛੱਡੋਗੇ ਇੱਕ ਖਬਰ, ਆਪੀ ਉਹਨਾਂ ਦੇ ਆਸ-ਪਾਸ ਦੇ ਜਿਹੜੇ ਉਹਨਾਂ ਦੇ ਅਲਾਈ ਰਿਸ਼ਤੇਦਾਰ, ਜਿਹੜੇ ਵੀ ਲੋਕੀ ਉਹ 'ਚ ਇਨਵੋਲਵ ਸੀ, ਉਹਨਾਂ ਨੂੰ ਫੜਨਾ ਸ਼ੁਰੂ ਕਰੋ ਜੀ। ਆਪਣੇ ਆਪ ਸੱਚ ਬਾਹਰ ਆਏਗਾ। ਬਟ ਸਿਰਫ ਕੇਸਿਸ ਨਾ ਚੱਲਣ। ਇਹ ਜਿਹੜੀ ਕਰਪਸ਼ਨ ਹੋਈ ਆ, ਉਹ ਸਾਰਾ ਪੈਸਾ ਵਸੂਲਿਆ ਜਾਵੇ, ਕਿਉਂਕਿ ਉਹ ਜਨਤਾ ਦਾ ਪੈਸਾ ਹੈ। ਇੱਕ ਬੰਦਾ ਜੇਲ੍ਹ ਚਲਾ ਗਿਆ, ਉਹਦੀ ਫੈਮਿਲੀ ਫੇਰ ਉਹ ਪੈਸੇ ਨੂੰ ਜੇ ਖਰਚੀ ਜਾ ਰਹੀ ਹੈ, ਉਹ ਫੇਰ ਨਹੀਂ ਆ। ਅਸੀਂ ਇੱਕ ਡਿਵੈਲਪਿੰਗ ਇਕੋਨਮੀ ਆ, ਗਰੀਬ ਦੇਸ਼ ਹੈਗੇ ਆ। ਸਾਡੀ ਜਨਤਾ ਨੂੰ ਉਹ ਪੈਸਾ, ਉਹ ਡਿਜ਼ਰਵ ਕਰਦੀ, ਉਹ ਪੈਸਾ ਵਾਪਸ ਦਿੱਤਾ ਜਾਵੇ ਜੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਈ ਹੁਣ ਮੈਂ ਦੇਣ ਨੂੰ ਤਿਆਰ ਹਾਂ। ਇਸ ਵਿੱਚ ਉਹਨਾਂ ਦੀ ਹਿਪੋਕ੍ਰੇਸੀ ਵੀ ਨਜ਼ਰ ਆਉਂਦੀ ਹੈ। ਤੁਸੀਂ ਜਦੋਂ ਸਰਕਾਰ 'ਚ ਸੀ, ਤੁਹਾਨੂੰ ਪਤਾ ਸੀ ਲੋਕੀ ਕਰਪਟ ਸੀ। ਮੈਂ ਕਹਿੰਦਾ ਅੱਜ ਤੋਂ ਬਾਅਦ ਕਿਸ ਮੂੰਹ ਨਾਲ ਤੁਸੀਂ ਵੋਟ ਮੰਗ ਲੋਗੇ? ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਹੀ ਲੋਸਟ ਹਿਜ਼ ਇਲੈਕਸ਼ਨਸ। ਇੰਨੀ ਜਿਹੜੀ ਇੱਜ਼ਤ ਕਮਾਈ ਸੀ, ਅੱਜ ਇਹ ਗੱਲਾਂ ਕਰਕੇ ਮੈਨੂੰ ਨਹੀਂ ਲੱਗਦਾ ਉਹ ਆਪਣੀ ਕ੍ਰੈਡੀਬਿਲਿਟੀ ਵਧਾ ਰਹੇ ਨੇ ਜੀ। ਹਰ ਬੰਦਾ ਇਹ ਸੋਚੇਗਾ ਕਿ ਬਈ ਉਦੋਂ ਕੀ ਸੀ, ਉਦੋਂ ਤੁਸੀਂ ਕਿੱਥੋਂ ਦੇ ਇਮਾਨਦਾਰ ਹੋਏ ਜੀ। ਤੁਸੀਂ ਦੇਸ਼ ਦੇ ਸਟੇਟ ਦੇ ਚੀਫ ਮਿਨਿਸਟਰ ਸੀ, ਮੁੱਖ ਮੰਤਰੀ ਸੀ। ਤੁਹਾਡੇ ਉੱਥੇ ਕਰਪਸ਼ਨ ਦੇ ਉੱਤੇ ਕਰਪਸ਼ਨ ਚੱਲਦੀ ਪਈ, ਡਰੱਗਸ ਦਾ ਬਿਜ਼ਨਸ ਹੋ ਰਿਹਾ ਹੈ, ਤੇ ਤੁਸੀਂ ਮੂੰਹ ਦੂਜੇ ਪਾਸੇ ਕਰਕੇ ਬੈਠੇ ਹੋ। ਤੁਸੀਂ ਆਪਣੇ ਪੈਲੇਸ ਦੇ ਵਿੱਚ, ਫਾਰਮ ਹਾਊਸਿਸ ਦੇ ਵਿੱਚ ਤੁਸੀਂ ਉੱਥੇ ਆਪਣੀਆਂ ਮੌਜਾਂ ਮਾਰਦੇ ਪਏ ਹੋ। ਇਹ ਚੀਜ਼ ਜਨਤਾ ਅੱਜ ਦੀ ਟੋਲਰੇਟ ਨਹੀਂ ਕਰੇਗੀ। ਜਿਵੇਂ ਜਿਵੇਂ ਸਾਡੀ ਜਨਤਾ ਪੜ੍ਹੀ ਲਿਖੀ ਹੋਈ ਜਾਏਗੀ, ਅਵੇਅਰ ਹੋਈ ਜਾਏਗੀ, ਲੀਡਰਾਂ ਦੀ ਅਕਾਊਂਟੇਬਿਲਿਟੀ ਵਧੀ ਜਾਏਗੀ, ਤੇ ਐਂਡ ਵਿੱਚ ਦੇਸ਼ 'ਚ ਕਰਪਸ਼ਨ ਖਤਮ ਕਰਨ 'ਚ ਸਭ ਤੋਂ ਵੱਡਾ ਰੋਲ, ਦੇਖੋ, ਲੀਡਰ ਜ਼ਿਆਦਾਤਰ ਮੌਕਾ ਮਿਲਣ ਤੇ ਕਰਪਸ਼ਨ ਕਰਨਗੇ, ਹਿਊਮਨ ਨੇਚਰ ਹੈਗਾ। ਕਰਪਸ਼ਨ ਇਮਾਨਦਾਰ ਨੇਤਾ ਖਤਮ ਨਹੀਂ ਕਰਦਾ ਜੀ। ਕਰਪਸ਼ਨ ਜਾਗਰੂਕ ਜਨਤਾ ਖਤਮ ਕਰਦੀ ਹੈ ਜੀ। ਜਦੋਂ ਸਾਡੀ ਜਨਤਾ ਜਾਗਰੂਕ ਹੋਏਗੀ, ਇਸ ਦੇਸ਼ 'ਚ ਕਰਪਸ਼ਨ ਆਪਣੇ ਆਪ ਖਤਮ ਹੋਏਗੀ। ਸਾਨੂੰ ਟਫ ਸਵਾਲ ਪੁੱਛਣੇ ਪੈਣਗੇ। ਜੇ ਇੱਕ ਲੀਡਰ ਨੇ ਵਧੀਆ ਇੱਕ ਫੈਸਲਾ ਲਿੱਤਾ ਹੈ, ਸਾਰੀ ਜਨਤਾ ਉਹਨੂੰ ਸਮਰਥਨ ਦੇਵੇ, ਰਾਈਟ, ਉਹਨੂੰ ਐਪਰੀਸ਼ੀਏਟ ਕਰੇ, ਤੇ ਆਪੀ ਬਾਕੀ ਲੀਡਰਾਂ ਨੂੰ ਵੀ ਲੱਗੇਗਾ ਅਸੀਂ ਇਹ ਚੀਜ਼ ਕਰ ਸਕਦੇ ਹਾਂ। ਇਹਦੇ ਨਾਲ ਪਾਰਟੀ ਦਾ ਨਾਮ ਖਰਾਬ ਨਹੀਂ ਹੁੰਦਾ, ਇਹਦੇ ਨਾਲ ਪਾਰਟੀ ਦਾ ਨਾਮ ਵਧੀਆ ਹੀ ਹੁੰਦਾ। ਬਿਲਕੁਲ ਸਰ, ਜਿਵੇਂ ਟਫ ਸਵਾਲਾਂ ਦੀ ਤੁਸੀਂ ਗੱਲ ਕੀਤੀ ਹੈ, ਇਹ ਬਿਲਕੁਲ ਵਾਜਿਬ ਗੱਲ ਹੈ, ਕਿਉਂਕਿ ਅਸੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਅਸੀਂ ਉਹਨਾਂ ਤੋਂ ਇਹੀ ਪੁੱਛਦੇ ਰਹੇ ਕਿ ਉਹ ਸਿਸਵਾਂ ਡੈਮ 'ਚ ਕਿਉਂ ਬੈਠੇ ਰਹਿੰਦੇ ਆ, ਸਿਸਵਾਂ ਉਹਨਾਂ ਦੇ ਫਾਰਮ ਹਾਊਸ 'ਤੇ ਕਿਉਂ ਬੈਠੇ ਰਹਿੰਦੇ ਆ, ਜਾਂ ਸੀਤਾਫਲ ਦਾ ਚਰਚਾ ਹੁੰਦੀ ਰਹੀ ਆ ਪੂਰੇ ਮੀਡੀਆ ਦੇ ਵਿੱਚ। ਲੋਕ ਵੀ ਉਹਨਾਂ ਚੀਜ਼ਾਂ ਨੂੰ ਦੇਖਦੇ ਰਹੇ। ਉਦੋਂ ਲੋਕਾਂ ਨੇ ਇਹ ਸਵਾਲ ਨਹੀਂ ਪੁੱਛਿਆ ਕਿ ਤੁਸੀਂ ਕਰਪਟ ਲੋਕਾਂ ਨੂੰ ਕਿਉਂ ਨਹੀਂ ਫੜ ਰਹੇ। ਡਾਇਰੈਕਟ ਸਵਾਲ ਜੇ ਉਦੋਂ ਵੀ ਪੁੱਛਿਆ ਜਾਂਦਾ ਤਾਂ ਹੋ ਸਕਦਾ ਕਿ ਉਦੋਂ ਕੋਈ ਐਕਸ਼ਨ ਲਿਆ ਜਾਂਦਾ। ਅਮਨ, ਕੀ ਹੈ ਕਰਪਸ਼ਨ? ਨਹੀਂ ਹੈ। ਕਰਪਸ਼ਨ ਨੂੰ ਇਗਨੋਰ ਕਰਨਾ ਕਰਪਸ਼ਨ ਨਹੀਂ ਹੈ। ਜੇ ਤੁਸੀਂ ਐਜ਼ ਅ ਚੀਫ ਮਿਨਿਸਟਰ, ਤੁਸੀਂ ਪੂਰੇ ਸਰਪ੍ਰਸਤ ਹੈਗੇ ਹੋ ਪੂਰੀ ਸਟੇਟ ਦੇ ਜੀ, ਜੇ ਤੁਸੀਂ ਕਰਪਸ਼ਨ ਨੂੰ ਇਗਨੋਰ ਕਰਦੇ ਪਏ ਹੋ, ਕਰਪਸ਼ਨ ਨਹੀਂ ਹੈ। ਤੇ ਫਿਰ ਕੋਈ ਕਿਵੇਂ ਮੰਨ ਲੇਗਾ ਕਿ ਤੁਸੀਂ ਇਸ ਕਰਪਸ਼ਨ ਦਾ ਪਾਰਟ ਨਹੀਂ ਸੀ, ਕਿ ਤੁਹਾਨੂੰ ਹਿੱਸਾ ਨਹੀਂ? ਇਹ ਵੀ ਤਾਂ ਸਵਾਲ ਪੁੱਛਿਆ ਜਾ ਸਕਦਾ। ਟ੍ਰਾਂਸਫਰਸ ਹੁੰਦੀਆਂ ਸੀ, ਇੰਨੀਆਂ ਐਲੀਗੇਸ਼ਨ ਲੱਗੀਆਂ ਕਿ ਸਮਨ ਐਲਸ ਵਾਸ ਟੇਕਿੰਗ ਇਨ ਚਾਰਜ, ਗਿਵਿੰਗ ਇਨਸਟਰਕਸ਼ਨਸ ਟੂ ਪੁਲਿਸ। ਕਿਉਂ ਦੇ ਰਹੇ ਸੀ? ਕੁਛ ਨਾ ਕੁਛ ਤਾਂ ਇੰਟਰਸਟ ਹੋਏਗਾ, ਤਾਂ ਹੀ ਉਹ ਦੇ ਰਹੇ ਸੀ ਨਾ। ਸਰ, ਇਸੇ ਵਾਰਦਾਤ ਤੋਂ ਬਾਅਦ CM ਮਾਨ ਨੇ ਕਿਹਾ ਕਿ ਆਪਣੇ ਰਿਸ਼ਤੇਦਾਰ, ਭਾਈ ਭਤੀਜੇ, ਆਪਣੀ ਪਤਨੀ, ਆਪਣੇ ਬੇਟੇ ਨੂੰ ਆਪਣੇ ਆਫਿਸ ਤੋਂ ਥੋੜਾ ਦੂਰ ਰੱਖੋ, ਆਪਣੇ ਕੰਮਕਾਜ ਤੋਂ ਥੋੜਾ ਦੂਰ ਰੱਖੋ। ਦੇਖੋ ਜੀ, ਸਿਰਫ ਆਫਟਰਨੂਨ ਦਾ ਲੰਚ ਲੈ ਕੇ ਆਣਾ ਤੇ ਆ ਜਾਓ ਜੀ। ਵੀ ਉੱਥੇ ਦਫ਼ਤਰ 'ਚ ਕੰਮ ਕਰਦੇ ਪਏ, ਕਰੋ ਗਰਮ ਗਰਮ ਰੋਟੀ ਲੈ ਕੇ ਆਓ ਤੇ ਛੱਡ ਕੇ ਵਾਪਸ ਜਾਓ। ਇਸ ਤੋਂ ਇਲਾਵਾ ਰਿਸ਼ਤੇਦਾਰ ਦਾ ਸਰਕਾਰੀ ਦਫ਼ਤਰ 'ਚ ਕੋਈ ਕੰਮ ਨਹੀਂ ਹੋਣਾ ਚਾਹੀਦਾ। ਬਿਲਕੁਲ। ਤੇ ਕਾਫੀ ਡਿਪਾਰਟਮੈਂਟਸ ਤੋਂ ਖਬਰ ਆਉਣੀ ਸ਼ੁਰੂ ਹੋ ਗਈ ਕਿ ਉਹਨਾਂ ਦੇ ਰਿਸ਼ਤੇਦਾਰ ਹੁਣ ਘਰ ਬਹਿ ਗਏ ਨੇ। ਉਹਨਾਂ ਦੀ ਇਨਵੋਲਵਮੈਂਟ ਕਿਸੇ ਮਿਨਿਸਟਰੀ ਦੇ ਵਿੱਚ, ਮਿਨਿਸਟਰ ਦੀ ਵਾਈਫ ਇਨਵੋਲਵ ਸੀ ਉਹਨਾਂ ਕੋਲ, ਹੈ ਨਾ, 2 ਮੰਤਰਾਲੇ ਸੀ, ਉਹਨਾਂ ਦੀ ਵਾਈਫ ਇਨਵੋਲਵ ਸੀ, ਕਿਸੇ ਕਿਤੇ ਦਾ ਪੰਜਾ, ਕਿਸੇ ਦਾ ਭਤੀਜਾ। ਤੇ ਗੈਰ ਰਿਵਾਇਤੀ ਆਮ ਆਦਮੀ ਪਾਰਟੀ ਨਾ ਕਾਫੀ ਰਿਵਾਇਤੀ ਕੰਮ ਸ਼ੁਰੂ ਹੋ ਗਏ ਸੀ ਜੀ। ਸਾਰੇ ਨੇਤਾ ਜਿਹੜੇ ਬਣਦੇ ਸੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਉਂਦੇ ਸੀ, ਫਿਰ ਰਿਸ਼ਤੇਦਾਰਾਂ ਦੇ ਥਰੂ ਕਰਪਸ਼ਨ ਹੁੰਦੀ ਸੀ। ਉਹ ਸਾਰੀਆਂ ਦੇ ਨਾ ਇੰਡੀਕੇਟਰਸ ਆ ਰਹੇ ਸੀ
ਤੇ ਭਗਵੰਤ ਮਾਨ ਜੀ ਨੂੰ ਇਹ ਸਟਰੋਂਗ ਸਟੈਪ ਲੈਣਾ ਹੀ ਪੈਣਾ ਸੀ, ਤਾਂ ਹੀ ਉਹ ਬਾਕੀ ਲੋਕਾਂ ਨੇ ਸਿੱਧੇ ਹੋਣਾ ਸੀ। ਹੁਣ ਸਾਰਿਆਂ ਦੇ ਰਿਸ਼ਤੇਦਾਰ ਘਰ ਬਹਿ ਗਏ ਨੇ। ਪਰ ਇਹਦੇ ਨਾਲ ਨਾ ਇੱਕ ਹੋਰ ਪ੍ਰੈਕਟੀਕਲ ਚੀਜ਼ ਜੋ ਸਾਹਮਣੇ ਆਉਂਦੀ ਆ, ਕੋਈ ਮਿਨਿਸਟਰ ਨੂੰ, ਇੱਕ ਨਵੇਂ ਮਿਨਿਸਟਰ ਬਣੇ ਨੇ, ਬਹੁਤ ਜ਼ਿਆਦਾ ਐਕਸਪੀਰੀਅੰਸ, ਜੇ ਤੁਸੀਂ ਜ਼ਿਆਦਾਤਰ ਪੋਰਟਫੋਲੀਓ ਵੇਖੋ ਆਮ ਆਦਮੀ ਪਾਰਟੀ ਦੀ ਪਹਿਲੀ ਵਾਰੀ ਸਰਕਾਰ ਬਣੀ ਹੈ, ਬਿਲਕੁਲ ਸਾਰੇ ਲੋਕੀ ਫਸਟ ਟਾਈਮ ਮਿਨਿਸਟਰ ਨੇ ਜੀ। ਹੁਣ ਇਸ ਤਰ੍ਹਾਂ ਬੰਦੇ ਨੂੰ ਇੱਕ ਸਪੋਰਟ ਸਿਸਟਮ ਚਾਹੀਦਾ ਹੁੰਦਾ, ਭਰੋਸੇ ਦੇ ਲੋਕੀ ਚਾਹੀਦੇ ਹੁੰਦੇ ਆ ਜੀ। ਤੇ ਹੁਣ ਗਵਰਨਮੈਂਟ ਨੂੰ ਤੇ ਆਮ ਆਦਮੀ ਪਾਰਟੀ ਨੂੰ ਇਹ ਵੀ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਸਮਾਰਟ, ਭਰੋਸੇ ਲਾਇਕ ਕੰਮ ਕਰਨ ਵਾਲੇ, ਆਫ ਕੋਰਸ ਅਫਸਰ ਹੁੰਦੇ ਨੇ, ਆਈਐਸ ਅਫਸਰ ਹੁੰਦੇ ਨੇ, ਹੋਰ ਆਫੀਸਰ ਹੁੰਦੇ ਨੇ ਕਿਸੇ ਵੀ ਡਿਪਾਰਟਮੈਂਟਸ ਜੀ, ਪਰ ਓਐਸਟੀ ਤੇ ਸਪੈਸ਼ਲ ਲੋਕੀ ਜਿਨ੍ਹਾਂ 'ਚ ਕੁਝ ਟੈਲੈਂਟ ਹੋਵੇ, ਸਕਿੱਲ ਹੋਵੇ, ਉਹ ਵੀ ਰੱਖਣ ਦੀ ਇੱਕ ਪ੍ਰੋਵੀਜ਼ਨ ਦੇਣੀ ਚਾਹੀਦੀ ਹੈ। ਤਾਂ ਫਿਰ ਉਹ ਲੀਡਰ ਇਫੈਕਟਿਵ ਹੋ ਜਾਂਦਾ, ਉਹ ਮਿਨਿਸਟਰ ਇਫੈਕਟਿਵ ਹੋ ਜਾਂਦਾ ਜੀ। ਉਹਨੂੰ ਇੱਕ ਸਮਝਦਾਰ, ਭਰੋਸੇ ਲਾਇਕ ਇੱਕ ਬੰਦਾ ਚਾਹੀਦਾ ਹੁੰਦਾ। ਬਿਲਕੁਲ ਇੱਕ ਰੀਜ਼ਨ ਇਹ ਵੀ ਹੁੰਦਾ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਉਂਦੇ ਨੇ, ਹਾਲਾਂਕਿ ਜ਼ਿਆਦਾਤਰ ਰੀਜ਼ਨ ਹੁੰਦਾ ਕਿ ਬਈ ਕਰਪਸ਼ਨ ਆਸਾਨ ਹੋ ਜਾਏਗੀ, ਉੱਤੇ ਭਰੋਸਾ ਹੈ, ਫੈਮਿਲੀ ਮੈਂਬਰ ਹੈ, ਹੋਰ ਵੀ ਲੋਕੀ ਟੈਲੈਂਟਡ ਆ ਸਕਦੇ ਨੇ ਤੇ ਜੇ ਪ੍ਰੈਕਟੀਕਲੀ ਜੇ ਤੁਸੀਂ ਮਿਨਿਸਟਰੀਆਂ ਨੂੰ ਇਫੈਕਟਿਵਲੀ ਚਲਾਉਣਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਹਰ ਮਿਨਿਸਟਰ ਨੂੰ ਇੱਕ ਓਐਸਡੀ ਦਿਓ ਜੀ, ਪ੍ਰੈਫਰੇਬਲੀ ਇੱਕ ਨਵਾਂ ਟੈਲੈਂਟਡ ਬੰਦੇ ਕਾਰਪੋਰੇਟ ਵਰਲਡ ਤੋਂ ਜਾਂ ਇਕਨੋਮਿਕਸ ਤੋਂ, ਜਿਹੜੇ ਉਸ ਡਿਪਾਰਟਮੈਂਟ ਦੇ ਇਕਨੋਮਿਕਸ ਉਹਦੇ 'ਚ ਐਕਸਪਰਟ ਹੋਣ ਜੀ, ਇਹੋ ਜਿਹੇ ਲੋਕੀ ਚੁਣਨ ਦੀ ਤੁਸੀਂ ਉਹਨਾਂ ਨੂੰ ਓਪਰਚੁਨਿਟੀ ਦਿਓ, ਠੀਕ ਹੈ ਨਾ। ਭਾਵੇਂ 5 ਸਾਲ ਲਈ ਰੱਖੋ, ਉਹਨਾਂ ਨੂੰ ਸਿਲੈਕਟ ਕੀਤਾ ਜਾਵੇ, ਇੱਕ ਸਰਟਨ ਗ੍ਰੇਡ ਤੇ ਰੱਖਿਆ ਜਾਵੇ ਤੇ ਉਹਨਾਂ ਉਹ ਵਿਜ਼ਨਰੀ ਲੋਕੀ ਹੋਣ, ਉਸ ਫੀਲਡ ਦੇ ਐਕਸਪਰਟ ਹੋਣ ਤੇ ਮੈਨੂੰ ਲੱਗਦਾ ਹੈ ਤੇ ਉਹਨਾਂ ਦੀ ਚੰਗੀ ਬੌਂਡਿੰਗ ਵੀ ਹੋਵੇ ਮਿਨਿਸਟਰ ਨਾਲ, ਤੇ ਮੈਨੂੰ ਲੱਗਦਾ ਕਿ ਫਿਰ ਉਹ ਮਿਨਿਸਟਰ ਜ਼ਿਆਦਾ ਇਫੈਕਟਿਵ ਹੋ ਜਾਣਗੇ। ਦੇਖੋ ਆਪਾਂ ਨੂੰ ਪ੍ਰੈਕਟੀਕਲ ਹੋ ਕੇ ਸੋਚਣਾ ਪਏਗਾ, ਇਹ ਜਿਹੜੇ ਲੀਡਰ ਬਣੇ ਨੇ, ਲੀਡਰ ਤੇ ਨੇ ਪਰ ਐਕਸਪਰਟ ਨਹੀਂ ਨੇ ਜੀ, ਦੇ ਆਰ ਨਾਟ ਸਬਜੈਕਟ ਮੈਟਰ ਐਕਸਪਰਟਸ। ਹੁਣ ਜੇ ਇੱਕ ਮਿਨਿਸਟਰ, ਜਿਹੜੀਆਂ ਇੰਪੋਰਟੈਂਟ ਮਿਨਿਸਟਰੀਆਂ ਦਾ ਇੰਪੋਰਟੈਂਟ ਕੰਮ ਹੁੰਦਾ, ਉਹ ਇੱਕ 2 ਸਾਲ ਸਿਰਫ ਕੰਮ ਨੂੰ ਸਮਝਣ ਚ ਲਾ ਦੇ ਜਾਂ ਕੁਝ ਗਲਤੀਆਂ ਕਰਦੇ ਨੇ, ਤੇ ਫਿਰ ਉਹਨਾਂ ਨੂੰ ਵੀ ਤੁਸੀਂ ਗਲਤ ਨਹੀਂ ਕਹਿ ਸਕਦੇ। ਬਿਲਕੁਲ ਕਰਪਸ਼ਨ ਨਹੀਂ ਕਰਨੀ, ਪਰ ਸਮਾਰਟ ਬੰਦੇ, ਸਬਜੈਕਟ ਮੈਟਰ ਐਕਸਪਰਟਸ ਹਰ ਮਿਨਿਸਟਰ ਨੂੰ ਐਡਵਾਈਜ਼ਰੀ ਦੇ ਤੌਰ ਤੇ ਮਿਲਣੇ ਚਾਹੀਦੇ ਆ, ਟੌਪ ਕੰਸਲਟੈਂਟਸ ਮਿਲਣੇ ਚਾਹੀਦੇ ਆ, ਤਾਂ ਕਿ ਉਹ ਆਪਣੇ ਕੰਮ ਨੂੰ ਇਫੈਕਟਿਵ ਕਰਨ। ਇਹ 'ਚ ਥੋੜਾ ਖਰਚਾ ਹੋ ਜਾਏਗਾ, ਪਰ ਜਿਹੜਾ ਇਹਦੇ 'ਚ ਕਾਸਟ ਸੇਵਿੰਗ ਹੋਏਗੀ, ਜਿਹੜੇ ਖਰਚੇ ਜਦੋਂ ਇਮਾਨਦਾਰੀ ਨਾਲ ਹੋਣਗੇ, ਇਹਦੇ ਨਾਲ ਬਿਊਰੋਕਰੈਟ 'ਚ ਵੀ ਥੋੜੀ ਅਕਾਊਂਟੇਬਿਲਿਟੀ ਆਏਗੀ। ਹਜੇ ਬਿਊਰੋਕਰੈਟ ਨੂੰ ਵੀ ਪਤਾ ਹੈ ਕਿ ਵੀ ਮੇਰਾ ਮਿਨਿਸਟਰ ਜ਼ਿਆਦਾ ਸਮਝਦਾ ਕੁਝ ਨਹੀਂ ਹੈ, ਫਰੈਸ਼ਰ ਹੈ, ਹਜੇ ਐਕਸਪੀਰੀਅੰਸ ਇੰਨਾ ਨਹੀਂ ਹੈ। ਬਿਲਕੁਲ ਸਾਡੇ ਮਿਨਿਸਟਰ ਇਸ ਵੇਲੇ ਕਾਈਂਡ ਆਫ ਫਰੈਸ਼ਰਸ ਨੇ, ਜਿਹੜੇ ਨਵੇਂ ਪਾਸ ਆਊਟ ਹੋ ਕੇ ਆਏ ਹੁੰਦੇ ਆ, ਹੈ ਨਾ। ਹਜੇ ਤੇ ਉਹਨਾਂ ਦੀਆਂ ਕਲਾਸਾਂ ਕਿਵੇਂ ਪ੍ਰੋਪਰ ਐਮਐਲਏ ਕਿਵੇਂ ਬਣਨਾ ਹੈ, ਅਸੈਂਬਲੀ 'ਚ ਕਿਵੇਂ ਬਿਹੇਵ ਕਰਨਾ, ਹਜੇ ਤੇ ਉਹ ਕਲਾਸਾਂ ਲਾ ਕੇ ਆਏ ਨੇ ਵਿਚਾਰੇ। ਬਿਲਕੁਲ ਤੇ ਉਹਨਾਂ ਨੂੰ ਇਹ ਸਾਰੀ ਸਪੋਰਟ ਦੀ ਲੋੜ ਪਏਗੀ, ਤੇ ਜੇ ਇਹ ਸਪੋਰਟ ਦਿੱਤੀ ਜਾਏਗੀ, ਅਸੀਂ ਪੰਜਾਬ ਨੂੰ ਇੱਕ ਜ਼ਿਆਦਾ ਬੈਟਰ ਤਰੀਕੇ ਨਾਲ ਰਨ ਕਰਾਂਗੇ, ਬੈਟਰ ਤਰੀਕੇ ਨਾਲ ਮੈਨੇਜ ਕਰਾਂਗੇ। ਬਿਊਰੋਕ੍ਰੇਸੀ ਸਮਝਣ ਦੀ ਵੀ ਬਹੁਤ ਲੋੜ ਹੈ। ਹਾਂ, ਜਿਹੜੇ ਐਕਸਪਰਟ ਹੋਣਗੇ, ਇੰਟੈਲੀਜੈਂਟ ਲੋਕੀ ਹੋਣਗੇ, ਬਿਊਰੋਕ੍ਰੇਸੀ ਵੀ ਜੇ ਕਿਸੇ ਟਾਈਮ ਤੇ ਜੇ ਬਿਊਰੋਕ੍ਰੇਸੀ ਵੀ ਕੁਝ ਮਿਸਗਾਈਡ ਕਰਦੀ ਆ ਜਾਂ ਪੁਰਾਣੇ ਸਿਸਟਮ ਨਾਲ ਚੱਲਣ ਦੀ ਕੋਸ਼ਿਸ਼ ਕਰਦੀ ਆ, ਹਜੇ ਤੇ ਵੇਖੋ ਜੇ ਮਿਨਿਸਟਰ ਕੋਈ ਭਰੋਸੇ ਦਾ ਬੰਦਾ ਨਹੀਂ, ਉਹਨੂੰ ਨੌਲੇਜ ਨਹੀਂ, ਉਹ ਤੇ ਬਿਲਕੁਲ ਹੀ ਆਈਐਸ ਤੇ ਡਿਪੈਂਡੈਂਟ ਹੋ ਗਿਆ। ਬਿਲਕੁਲ ਹੁਣ ਆਈਐਸ ਦੇ ਇੱਕ ਕੰਟੀਨਿਊਟੀ, ਆਈਐਸ ਦਾ ਪਰਪਸ ਕੀ ਹੁੰਦਾ? ਕੰਟੀਨਿਊਟੀ ਦੇਣਾ ਡਿਪਾਰਟਮੈਂਟ ਨੂੰ, ਕਿਉਂਕਿ ਉਹ ਬੜੇ ਸਾਲਾਂ ਤੋਂ ਉੱਥੇ ਹੁੰਦੇ ਨੇ, ਇਹ ਪ੍ਰੋਸੈਸ ਬਣੇ ਹੁੰਦੇ ਨੇ। ਵੈਸੇ ਤਾਂ ਆਈਐਸ ਦੀ ਵੀ ਟ੍ਰਾਂਸਫਰ ਹੁੰਦੀ ਰਹਿੰਦੀ, ਉਹ ਵੀ ਕੰਟੀਨਿਊਟੀ ਰਹਿੰਦੀ ਨਹੀਂ ਹੈ। ਬਿਲਕੁਲ ਪਰ ਆਈਐਸ ਵੀ ਇਸੇ ਪੁਰਾਣੇ ਕਰਪਟ ਸਿਸਟਮ ਦਾ ਹੀ ਪਾਰਟ ਰਹੇ ਨੇ ਜੀ, ਠੀਕ ਹੈ ਨਾ। ਤਾਂ ਇਸ ਕਰਕੇ ਬੜਾ ਜ਼ਰੂਰੀ ਆ ਕਿ ਬਈ ਇੱਕ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਜਿਹਦੇ ਵਿੱਚ ਸਬਜੈਕਟ ਮੈਟਰ ਐਕਸਪਰਟਸ ਨੋਨ, ਜਿਨ੍ਹਾਂ ਦੀ ਵੈਲਿਊ ਸਿਸਟਮ ਤੁਹਾਨੂੰ ਪਤਾ ਹੋਵੇ, ਜਿਨ੍ਹਾਂ ਦੀ ਟੈਕਨੀਕਲ ਨੌਲੇਜ ਤੇ ਤੁਹਾਨੂੰ ਪੂਰਾ ਭਰੋਸਾ ਹੋਵੇ, ਤੇ ਉਹਨਾਂ ਲੋਕਾਂ ਨੂੰ ਮਿਨਿਸਟਰਾਂ ਦੇ ਨਾਲ ਐਸੋਸੀਏਟ ਕੀਤਾ ਜਾਵੇ। ਬਿਲਕੁਲ ਪੰਜਾਬ ਦੇ ਵਿੱਚ ਹੁਣ ਜੇ ਗੱਲ ਕਰੀਏ, 9 ਮਿਨਿਸਟਰ ਰਹਿ ਚੁੱਕੇ ਆ, ਤੇ ਪੰਜਾਬ ਦੇ ਵਿੱਚ 9 ਸਬਜੈਕਟ ਐਕਸਪਰਟ ਲੱਭਣੇ ਕੋਈ ਔਖੇ ਨਹੀਂ ਹੋਣੇ। ਕਿ ਕੌਣ ਕਹਿੰਦਾ ਸਿਰਫ ਪੰਜਾਬ ਤੋਂ ਲੱਭੋ? ਬੈਸਟ ਟੈਲੈਂਟ ਕੰਮ ਕਰਨਾ ਹੈ ਪੰਜਾਬ ਲਈ। ਬਿਲਕੁਲ ਪੂਰੀ ਦੁਨੀਆ ਤੋਂ ਜਿਹੜਾ ਬੈਸਟ ਹੈ, ਜਿਹਦੇ ਕੋ ਮੈਂ ਕਹਿੰਦਾ, ਚਲੋ ਪੂਰੀ ਇੰਡੀਆ 'ਚ ਵੀ ਤੁਸੀਂ ਵੇਖੋ, ਯੂ ਵਿਲ ਫਾਈਂਡ ਐਕਸਪਰਟਸ। ਤੁਸੀਂ ਇਸ ਵੇਲੇ ਕੀ ਕਰਨਾ, ਮੈਂ ਕਹਿੰਦਾ ਕਿ ਜੇ ਲੋਕਲ ਬੰਦਾ ਹੋਏਗਾ ਨਾ, ਉਹਦੇ ਲੋਕਲ ਕਨੈਕਸ਼ਨ ਵੀ ਹੋਣਗੇ, ਫਿਰ ਕਰਪਸ਼ਨ ਦੇ ਚਾਂਸਸ ਵੱਧਦੇ ਨੇ। ਬਿਲਕੁਲ ਤੁਸੀਂ ਬਸ ਬੈਸਟ ਬੰਦੇ ਲੈ ਕੇ ਆਓ, ਇਮਾਨਦਾਰ ਬੰਦੇ ਲੈ ਕੇ ਆਓ, ਟੈਕਨੀਕਲੀ ਬੈਸਟ ਬੰਦੇ ਲੈ ਕੇ ਆਓ। ਆਫ ਕੋਰਸ ਨੌ ਲੋਕੀ ਲੱਭਣਾ ਔਖਾ ਨਹੀਂ ਹੈ। ਬਿਲਕੁਲ ਪਾਲਿਸੀ ਮੇਕਰਸ ਚੰਗੇ ਹੋਣਗੇ ਤਾਂ ਬਿਊਰੋਕ੍ਰੇਸੀ ਵੀ ਠੀਕ ਢੰਗ ਨਾਲ ਕੰਮ ਕਰੂਗੀ, ਤੇ ਨਵੇਂ ਤਰੀਕੇ ਨਾਲ, ਜਿਵੇਂ ਅਸੀਂ ਨਵੇਂ ਐਮਐਲਏਸ ਚੁਣੇ ਆ, ਉਸੇ ਤਰੀਕੇ ਨਾਲ ਨਵੇਂ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਵੀ ਦੇਣਾ ਚਾਹੀਦਾ। ਤੇ ਇੱਕ ਸਰ ਜੇਲ੍ਹਾਂ ਦੇ ਵਿੱਚੋਂ ਵੀ ਕਾਫੀ ਚੀਜ਼ਾਂ ਆ ਰਹੀਆਂ ਸੀ ਬਾਹਰ। ਪਿੱਛੇ ਜੇ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਵੀਆਈਪੀ ਕਲਚਰ ਬੰਦ ਕਰ ਦਿਆਂਗੇ, ਵੀਆਈਪੀ ਸੈੱਲ ਬੰਦ ਕਰ ਦਿਆਂਗੇ, ਪਰ ਹੋਇਆ ਇਹ ਕਿ ਫਰੀਦਕੋਟ ਦੀ ਜੇਲ੍ਹ ਚੋਂ ਇੱਕ ਵੀਡੀਓ ਵਾਇਰਲ ਹੋਈ ਕਿ ਉੱਥੇ ਵੀਡੀਓ ਕਾਲ ਕਰ ਰਹੇ ਆ ਉਹ ਜੋ ਜੇਲ੍ਹ ਦੇ ਵਿੱਚ ਹੈਗੇ ਆ, ਤੇ ਉਹ ਪੂਰੀ ਪੰਜਾਬ ਦੇ ਵਿੱਚ ਵੀਡੀਓ ਵਾਇਰਲ ਹੋਈ ਹੈ, ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇਲ੍ਹਾਂ ਦੇ ਵਿੱਚ ਕਿੰਨਾ ਕੁ ਡਿਸਿਪਲਿਨ ਹੈਗਾ ਤੇ ਕਿੰਨੀ ਕੁ ਨਿਗਰਾਨੀ ਰੱਖੀ ਜਾ ਰਹੀ ਹੈ। ਦੇਖੋ ਕਰਪਸ਼ਨ, ਅਗੇਨ ਸਾਡੇ ਓਪੋਜੀਸ਼ਨ ਤੇ ਕਹਿੰਦੇ ਜੀ ਕਰਪਸ਼ਨ ਮੇਜਰ ਮੁੱਦਾ ਨਹੀਂ ਹੈ, ਪਰ ਕਰਪਸ਼ਨ ਹੀ ਫੰਡਾਮੈਂਟਲ ਪ੍ਰੋਬਲਮ ਹੈ ਹਰ ਚੀਜ਼ ਦੀ।
ਪੈਸੇ ਲੈ ਕੇ ਪੁਲਿਸ ਵਾਲੇ ਲੋਕਾਂ ਨੂੰ ਮੋਬਾਈਲ ਫੋਨ ਅਲਾਉ ਕਰ ਦਿੰਦੇ ਨੇ ਜੀ, ਹਰ ਤਰ੍ਹਾਂ ਦਾ ਐਕਸੈਸ, ਨਸ਼ੇ, ਜੋ ਵੀ ਫੈਸਿਲਿਟੀ ਚਾਹੀਦੀ ਆ ਇੱਕ ਪ੍ਰੀਮੀਅਮ ਤੇ ਉੱਥੇ ਮਿਲਦੀ ਪਈ ਆ। ਉਹ ਇੱਕ ਅਲੱਗ ਹੀ ਤਰ੍ਹਾਂ ਦੀ ਇਕਨੋਮੀ ਬਣੀ ਹੋਈ ਹੈ, ਜੇਲ੍ਹਾਂ ਦੀ ਇਕਨੋਮੀ, ਕਿ ਤੁਸੀਂ ਜਿਹੜੀ ਚੀਜ਼ ਮਾਰਕੀਟ 'ਚ 5 ਰੁਪਏ ਦੀ ਹੈ ਤੁਹਾਨੂੰ 500 ਦੀ ਮਿਲਣੀ ਆ। ਇੱਕ ਹਾਈ ਪ੍ਰੋਫਿਟ ਵੰਡਿਆ ਜਾ ਰਿਹਾ ਹੈ। ਤੇ ਉਹਨਾਂ ਨੇ ਸੁਪਰੀਡੈਂਡੈਂਟ ਨੂੰ ਤਾਂ ਸਸਪੈਂਡ ਕੀਤਾ ਹੈ ਜੀ, ਤੇ ਇਹ ਪਹਿਲੀ ਵਾਰੀ ਨਹੀਂ ਹੋਇਆ। ਇਸੇ ਜੇਲ੍ਹ 'ਚੋਂ ਹਰ ਸਾਲ ਰਫਲੀ 150-200 ਤੇ ਮੋਬਾਈਲ ਫੜੇ ਜਾਂਦੇ ਨੇ ਜੀ, ਕੁਝ ਫੜੇ ਜਾਂਦੇ ਨੇ ਫਿਰ ਦੁਬਾਰਾ ਲਿਆਏ ਜਾਂਦੇ ਨੇ ਕਿ ਇੱਕ ਖਾਣਾ ਪੂਰਤੀ ਤੇ ਕੀਤੀ ਜਾਂਦੀ ਆ ਜੀ। ਬਟ ਇਸ ਨੂੰ ਜੜੋਂ ਰੋਕਣਾ ਪਏਗਾ, ਸਖਤ ਐਕਸ਼ਨ। ਇਹ ਹੁਣ ਜੇ ਸਸਪੈਂਡ ਕੀਤਾ ਹੈ ਤੇ ਟਰਮੀਨੇਟ ਵੀ ਕੀਤਾ ਜਾਵੇ ਜੀ, ਇਹੋ ਜਿਹੀ ਗਲਤੀ ਤਾਂ ਕਿ ਹਰ ਕੋਈ ਕਰਨ ਦੀ ਸੋਚੇ ਹੀ ਨਾ। ਫਿਰ ਜਿਹੜਾ ਬੰਦਾ ਫੜਿਆ ਗਿਆ, ਜਿਹੜਾ ਬੇਸਿਕਲੀ ਇਨਮੇਟ ਸੀ, ਜਿਹੜਾ ਜੇਲ੍ਹ ਦੇ ਵਿੱਚ ਉੱਥੇ ਕੈਦੀ ਸੀ, ਉਹਦੀ ਵੀ ਪੁੱਛਤਾਛ ਕੀਤੀ ਜਾਵੇ ਚੰਗੀ ਤਰ੍ਹਾਂ ਕਿ ਬਈ ਤੂੰ ਕਿਹਨੂੰ ਪੈਸੇ ਦਿੰਦਾ ਸੀ। ਇਸ ਤਰ੍ਹਾਂ ਤੇ ਆਇਆ ਨਹੀਂ ਹੋਏਗਾ ਜੀ, ਅਦਰਵਾਈਜ਼ ਪੋਸੀਬਲ ਨਹੀਂ ਹੈ। ਪੁਲਿਸ ਦੀ ਮਿਲੀ ਭਗਤ ਤੋਂ ਬਿਨਾ ਉੱਥੇ ਤੱਕ ਮੋਬਾਈਲ ਪਹੁੰਚਾਉਣਾ ਪੋਸੀਬਲ ਹੀ ਨਹੀਂ ਹੈ। ਜਿੰਨੇ ਹੈੱਡਫੋਨ ਤੇ ਜਿੰਨੇ ਮਿਲਦੇ ਨੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਐਟ ਦੀ ਸੇਮ ਟਾਈਮ ਜਿਹੜੇ ਕੈਦੀ ਨੇ ਉਹ ਵੀ ਹਿਊਮਨ ਨੇ ਜੀ, ਉਹਨਾਂ ਨੂੰ ਸਰਟਨ ਬੇਸਿਕ ਹਿਊਮਨ ਨੀਡਸ ਵੀ ਉਹਨਾਂ ਦੀਆਂ ਪੂਰੀਆਂ ਕੀਤੀਆਂ ਜਾਣ। ਜੀ, ਜੇਲ੍ਹ ਦੀ ਸਾਫ਼ ਸਫਾਈ ਵੀ ਰੱਖੀ ਜਾਵੇ। ਜਿਵੇਂ ਗੱਲ ਕੀਤੀ ਸੀ ਭਗਵੰਤ ਮਾਨ ਜੀ ਨੇ, ਬੜੀ ਵਧੀਆ ਗੱਲ ਕੀਤੀ ਸੀ, ਰਿਫਾਰਮ ਸੈਂਟਰ ਬਣਾਇਆ ਜਾਵੇ, ਚੰਗੇ ਵੈਲਿਊ ਸਿਸਟਮ ਦਿੱਤੇ ਜਾਣ, ਹੈ ਨਾ। ਤੇ ਇਹ ਚੀਜ਼ ਜੇ ਹੋਏਗੀ ਤੇ ਜੇਲ੍ਹਾਂ ਦਾ ਜੋ ਪਰਪਸ ਹੈ, ਜੇਲ੍ਹਾਂ ਦਾ ਪਰਪਸ ਸਿਰਫ ਬੰਦ ਕਰਨਾ ਨਹੀਂ, ਰਿਫਾਰਮ ਕਰਨਾ ਹੋਣਾ ਚਾਹੀਦਾ, ਉਹ ਪੂਰਾ ਹੋ ਪਾਏਗਾ। ਬਿਲਕੁਲ ਸਰ। ਇੱਕ ਨਾ ਗੈਂਗਸਟਰ ਸੀ ਪੰਜਾਬ ਦੇ, ਹੁਣ ਉਹ ਸਮਾਜ ਸੇਵੀ ਬਣ ਚੁੱਕੇ ਆ, ਲੱਖਾ ਸਿਧਾਣਾ ਜਿਨ੍ਹਾਂ ਦਾ ਨਾਮ ਹੈ। ਪਿਛਲਾ ਇਲੈਕਸ਼ਨ ਵੀ ਲੜਿਆ ਉਹਨਾਂ ਨੇ ਕਿਸਾਨਾਂ ਦੀ ਪਾਰਟੀ ਤੋਂ, ਸੰਯੁਕਤ ਸਮਾਜ ਕਿਸਾਨ ਮੋਰਚਾ ਤੋਂ ਉਹਨਾਂ ਨੇ ਇਲੈਕਸ਼ਨ ਲੜਿਆ। ਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਫੋਨ ਦਾ ਐਕਸੈਸ ਹੈ, ਸਾਨੂੰ ਉੱਥੇ ਫੋਨ ਮਿਲਦਾ ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਫੋਨ ਅਲਾਉਡ ਕਰ ਦੇਣੇ ਚਾਹੀਦੇ ਜੇਲ੍ਹਾਂ ਦੇ ਵਿੱਚ। ਜੇ ਤੁਸੀਂ ਬੰਦ ਨਹੀਂ ਕਰ ਪਾ ਰਹੇ ਤਾਂ ਅਲਾਉਡ ਕਰ ਦਿਓ। ਜੇ ਤੁਹਾਡੇ ਕੋਲ ਮਸ਼ੀਨਰੀ ਹੈ ਤਾਂ ਤੁਸੀਂ ਇਹ ਵੀ ਉਹਦੇ 'ਤੇ ਪਤਾ ਕਰ ਸਕਦੇ ਹੋ ਨਾ ਕਿ ਕੌਣ ਕਿਹਦੇ ਨਾਲ ਗੱਲ ਕਰਦਾ ਹੈ। ਤੇ ਉਹਨਾਂ ਨੂੰ ਸਰਟੇਨ ਟਾਈਮ ਦੇ ਲਈ ਫੋਨਸ ਅਲਾਉਡ ਕੀਤੇ ਜਾਣੇ ਚਾਹੀਦੇ ਆ। ਤੇ ਉਹੀ ਰਿਫਾਰਮ ਦੀ ਗੱਲ ਜਿਹੜੀ ਭਗਵੰਤ ਮਾਨ ਸਾਹਿਬ ਨੇ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਜੇਲ੍ਹਾਂ ਨੂੰ ਰਿਫਾਰਮ ਸੈਂਟਰ ਬਣਾਉਣਾ ਚਾਹੀਦਾ, ਨਾ ਕਿ ਉੱਥੋਂ ਕ੍ਰਿਮੀਨਲਸ ਬਾਹਰ ਆਉਣ। ਦੇਖੋ ਵੈਸੇ ਤੇ ਇੱਕ ਨੈਚੁਰਲ ਪ੍ਰੋਗਰੈਸ਼ਨ ਆਪੇ ਹੁੰਦੀ ਹੈ, ਗੈਂਗਸਟਰ ਬਾਅਦ ਚ ਨੇਤਾ ਬਣਦੇ ਹੀ ਨੇ, ਇਹ ਵੀ ਇੱਕ ਨੈਚੁਰਲ ਪ੍ਰੋਗਰੈਸ਼ਨ ਰਹੀ ਹੈ। ਇਹ ਰਿਫਾਰਮ ਹੋਇਆ ਕਿ ਨਹੀਂ ਹੋਇਆ, ਬਾਅਦ ਦੀਆਂ ਗੱਲਾਂ ਨੇ ਜੀ। ਪਰ ਦੂਜੀ ਗੱਲ ਹੈ, ਗੱਲ ਉਹਨਾਂ ਦੀ ਇੱਕ ਪਾਸੋਂ ਸਹੀ ਵੀ ਹੈ। ਜੇ ਦੇਖੋ ਹਿਊਮਨ everyone is a human, ਗਲਤੀ ਹੋਈ ਹੈ, ਉਹਦੀ ਸਜ਼ਾ ਭੁਗਤਦੇ ਪਏ ਨੇ, ਪਰ ਇੱਕ ਹਿਊਮਨ ਕੰਟੈਕਟ ਤਾਂ ਕਿ ਉਹਨਾਂ ਚੋਂ ਸਖਤੀ ਨਾ ਆਵੇ, ਹੈ ਨਾ। ਅਦਰਵਾਈਜ਼ ਜਦੋਂ ਤੁਸੀਂ ਬੰਦੇ ਨੂੰ ਡੀਹਿਊਮਨਾਈਜ਼ ਕਰ ਦਿੰਦੇ ਹੋ, ਉਸ ਬੰਦੇ ਦੇ ਰਿਫਾਰਮਡ ਹੋਣ ਦੇ ਚਾਂਸਸ ਬਿਲਕੁਲ ਘਟ ਜਾਂਦੇ ਨੇ। ਠੀਕ ਹੈ, ਇੱਕ ਸਰਟਨ ਲੈਵਲ ਤੱਕ ਮੈਨੂੰ ਲੱਗਦਾ ਐਸ ਪਰ ਰੂਲਸ ਅਲਾਉਡ ਵੀ ਹੁੰਦਾ ਹੋਏਗਾ ਫੋਨ ਕਰਨਾ, ਪਰ ਉਹਨਾਂ ਨੂੰ ਥੋੜਾ ਜਿਹਾ ਲਿਬਰਲ ਕਰਨਾ ਚਾਹੀਦਾ। ਸਰਟਨ ਚੀਜ਼ਾਂ ਅਲਾਉਡ ਹੋਣੀਆਂ ਚਾਹੀਦੀਆਂ, ਰਾਈਟ। ਉਹਨਾਂ ਦੀ ਸਿਹਤ ਦਾ, ਸਾਫ਼ ਸਫਾਈ ਦਾ ਧਿਆਨ ਉੱਥੇ ਰੱਖਣਾ ਚਾਹੀਦਾ ਹੈ। ਆਫ ਕੋਰਸ ਸਾਡੇ ਦੇਸ਼ 'ਚ ਲਿਮਿਟਿਡ ਰਿਸੋਰਸਿਸ ਨੇ, ਪਰ ਉਹ ਉੱਥੋਂ ਰਿਫਾਰਮ ਹੋ ਕੇ ਨਿਕਲਣ, ਇਹ ਇੱਕ ਮੇਜਰ ਗੋਲ ਜੇਲ੍ਹ ਮਿਨਿਸਟਰੀ ਦਾ ਹੋਣਾ ਚਾਹੀਦਾ ਹੈ। ਬਿਲਕੁਲ ਸਰ। ਚੱਲਦੇ ਹਾਂ ਨੈਸ਼ਨਲ ਸੈਗਮੈਂਟ ਵੱਲ ਸਰ। भारत ड्रोन महोत्सव पीएम मोदी इनैगोरेट कर रहे हैं, तो इससे क्या रहेगा? पूरा विश्व का बड़ा ड्रोन महोत्सव मनाया जा रहा है भारत में। देखो, ड्रोन महोत्सव में प्राइम मिनिस्टर आ रहे हैं, इसकी सिग्निफिकेंस है जी। ड्रोन टेक्नोलॉजी का फ्यूचर में बहुत इम्पैक्ट आने वाला है हर इंडस्ट्री पे, चाहे वो सिक्योरिटी हो जी, चाहे लॉ एंड ऑर्डर हो, चाहे डिलीवरी ऑफ सर्विसेज हो जी, चाहे वो एग्रीकल्चर हो, एवरीथिंग, यू नो, हर चीज़ में, चाहे हेल्थ हो, मेडिसिन हो, हर चीज़ में ड्रोन का बहुत ही महत्वपूर्ण रोल होने वाला है जी। और यू नो, इंडिया को अपनी ड्रोन टेक्नोलॉजी में काफ़ी आगे बढ़ने की ज़रूरत है, क्योंकि अगर आप देखो, यूक्रेन जैसा देश रशिया के साथ compete कर पा रहा है, तो ड्रोन्स का उसमें एक मेजर रोल है जी। जो उन्होंने टर्की से ड्रोन लिए हैं, वो रशिया के लिए काफ़ी मुसीबत साबित हो रहे हैं, उनके लिए एक सिरदर्दी बने हुए हैं। तो इंडिया को अपने सिक्योरिटी, अलग अलग एप्लीकेशंस हैं, हर ड्रोन से मल्टीपल एप्लीकेशन है जी। खेती के बारे में एप्लीकेशन हो सकती है जी, कि भाई कहाँ पे फसल की क्या सिचुएशन है, राइट, वहाँ पे कितनी चीज़ें उगाई जा रही हैं, क्या उगाया जा रहा है, कोई दवाई छिड़कनी है उसको अच्छे तरीके से छिड़का जा सकता है जी। तो ऐसे बहुत एप्लीकेशंस हैं। सिमिलरली लैंड रिकॉर्ड्स, जी, लैंड पे किसी का कब्जा तो नहीं है, तो हर महीने एक बार ड्रोन गवर्नमेंट निकाल दे, भाई किसी को 6 बिल्डिंग की परमिशन मिली थी, ड्रोन में आ जाएगा ना 14 माले की कैसे बन गई जी। तो इससे क्या होगा, करप्शन कम होगी जब ह्यूमन इंटरवेंशन कम हो जाएगी। बिल्कुल। फिर रिमोट एरिया में डिलीवरी ऑफ यू नो हेल्थ, या यू नो किसी भी रिमोट एरिया में हेल्थ सर्विस की डिलीवरी, दवाइयों की डिलीवरी बड़ी आसानी से की जा सकती है जी। सिमिलरली अगर आप बात करो इन टर्म्स ऑफ सिक्योरिटी, लॉ एंड ऑर्डर, सॉरी, ऐसे ही आप अगर आप बात करें लॉ एंड ऑर्डर की, आज की डेट में काफ़ी पुलिस डिपार्टमेंट ने शुरू भी कर दिया है।
अगर कहीं पे कोई पॉलिटिकल पार्टीज का या किसी भी कम्युनिटी का कोई गैदरिंग होती है या कोई प्रोटेस्ट कर रहे होते हैं तो उस पर ड्रोन पे नजर रखी जाती है जी। उससे अगर कोई भी आउट ऑफ लाइन जाता है, कोई भी लॉ ऑर्डर को हाथ में लेता है, वो बंदा कैप्चर हो जाता है। बाद में उस बंदे को, अदरवाइज क्या होता था कि भीड़ में पता ही नहीं चलता किसने किया। आज की डेट में आप ये नहीं कह सकते कि भीड़ ने कर दिया, वो जो लोग शुरू करते हैं उस पर नजर रखी जाती है, बाद में उनके ऊपर स्ट्रॉन्ग एक्शन लिया जा सकता है। सिक्योरिटी, राइट, ट्रैफिक वायलेशंस, इन सब चीज़ों को ड्रोन से बेटर तरीके से मैनेज किया जा सकता है। बिल्कुल सर। अब ड्रोन की बात हुई है तो पाकिस्तान से हर साल बॉर्डर से कई नशा सप्लाई किया जाता है ड्रोन के ज़रिए, और हथियार भी भेजे जा रहे हैं, ऐसे रिपोर्ट्स आई हैं। देखो, जिसकी बुद्धि भ्रष्ट होगी वो उससे उल्टे काम करेगा जी। हम सिक्योरिटी, लॉ एंड ऑर्डर, पॉजिटिव चीज़ों की बात कर रहे हैं जी। तो पाकिस्तान से यही उम्मीद है कि वो किसी भी टेक्नोलॉजी का मिसयूज ही करेंगे। वहाँ की जो भी गवर्नमेंट है, हम वहाँ के लोगों की बात नहीं कर रहे, वहाँ की जो भी गवर्नमेंट है वो काइंड ऑफ एक माफिया ही बन चुकी हुई है जी। वो वहाँ से पूरी दुनिया में टेररिज्म, ड्रग्स के धंधे को फैलाने में पाकिस्तान आर्मी का सबसे बड़ा हाथ है। तो आई थिंक पाकिस्तान, ऑफ कोर्स, अब इसके लिए आपको रेडी भी रहना है। ड्रोन टू ड्रोन एक्शन, अगर आपको ऐसे ड्रोन आइडेंटिफाई करने हैं तो नई टेक्नोलॉजीज, जो अगर आप ड्रोन डेवलप करेंगे तो दूसरी दुनिया में भी ड्रोन आ रहे हैं। बिल्कुल। तो उसके बिहाफ पे आपको अपनी स्ट्रेटजीज को फाइन ट्यून करने की भी जरूरत है। बिल्कुल सर। अभी पाकिस्तान की बात की तो पाकिस्तान का एक रिएक्शन आया है। यासीन मलिक की जो गिरफ्तारी हुई थी उस पर कल सज़ा सुनाई गई है, कल उनको उम्र कैद सुनाई गई है सज़ा, तो उस पर उनका रिएक्शन काफ़ी धमाकेदार है। वो कहते हैं कि भाई ऐसा होना नहीं चाहिए। देखो, यही अपने आप में एक आपके लिए काफ़ी है अगर पाकिस्तान सपोर्ट कर रहा है। मैंने अभी क्या बोला कि हर नेगेटिव चीज़ में पाकिस्तान इन्वॉल्व है जी। एक इंसान जिसने अपने सारे गुनाह कबूल लिए जी, उसने बोला है कि वो फंडिंग, चाहे वो पथराव हो, चाहे अदर एंटी नेशनल एक्टिविटीज़ हो, उसमें इन्वॉल्व रहे हैं। यासिन मलिक के जो जुर्म है सिर्फ पैसे की मूवमेंट नहीं है जी, ये बड़े संगीन जुर्म है। जो ये सेपरेटिस्ट लीडर रहे हैं कश्मीर के, इन्होंने एक पूरी जनरेशन को गलत राह पे डाल दिया है जी। जम्मू कश्मीर की एजुकेशन को ख़त्म कर दिया है जी। अब एक और जनरेशन लगेगी पूरे जो जम्मू कश्मीर के जो हिंदुस्तानी है हमारे, उनको वापस ट्रैक पे लाने पे, राइट। तो ये अगर उनको उम्र कैद की सज़ा दी गई है तो ये कम है, उनको मल्टीपल उम्र कैद की सज़ा देनी चाहिए, आजीवन कारावास की सज़ा देनी चाहिए। अब उसको एज अ आप फ्रीडम फाइटर या एज अ पॉलिटिशियन पोर्ट्रे करोगे, वो बिल्कुल गलत है। He was a smuggler, he was making money out of it, मनी लॉन्ड्रिंग करता था उसके कारण, और उसका यूज क्या करता था, बच्चों में वो पैसे बांटे जाते थे, यूथ में पैसे बांटे, तुम पथराबाजी करो, तो वहां पे जब भी स्कूल बंद कराने थे, बंद करवाए जाते थे, एजुकेशन को खत्म कर दिया गया। तो ये लोग सिर्फ मनी लॉन्ड्रिंग या एंटी नेशनल एक्टिविटी में ही इन्वॉल्व नहीं हुए, इन लोगों ने जम्मू कश्मीर की पूरी नस्ल का फ्यूचर बर्बाद किया। तो इनको तो जितनी सजा दी जाए वो कम है। बिल्कुल सर, शुक्रिया। इस तरह के इंसाइट्स लेके आते रहेंगे। देखते रहिए पंजाब टुडे।